Good morning everyone. This is Sandeep Kaur, your social science teacher, and we are discussing our third chapter, and today our topic is the Constituent Assembly. Constituent means constitute करना, किसी चीज़ ਨੂੰ इकट्ठा करना, बनाना, ठीक है. Assembly means सभा, वो वाली सभा जिन्हें के अपना constitution बनाया, that is संवैधानिक सभा, ठीक है. Constituent Assembly. बट कौन सीगे ਇਹਦੇ ਮੈਂਬਰਸ, ਕਿਵੇਂ ਉਹਨਾਂ ਨੂੰ ਚੁਣਿਆ ਗਿਆ, ਠੀਕ ਹੈ. और ये बारे आप पढ़ांगे, ठीक है. इन्होंने ये बारे दसिया कि जिवें मैं पहला भी तुहानूं दसिया है कि आड़े साइड्स के दोनों पेजेस के साइड्स के उत्ते कॉर्नर्स के उत्ते पिक्चर्स बनिया हुई उन्होंने थोड़ी थोड़ी डिटेल दी हुई है. ये सारे कॉन्स्टीट्यूएंट असैंबली के मैंबर से जिन्होंने अपना कॉन्स्टीट्यूशन बनाया, ठीक है. इन्होंने बारे आप अलग तो पढ़ांगे. नैक्सट है बेटा द ड्राफ्टिंग ऑफ कॉन्स्टिट्यूशन. द ड्राफ्टिंग ऑफ द डॉक्यूमेंट्स कॉल्ड द कॉन्स्टिट्यूशन was done by an assembly of the elected representatives called constituent assembly, ठीक है. ये कहते हैं कि constitution की है drafting of the documents, different type के documents ਜਿਹੜੇ ਉਹਨਾਂ ਨੂੰ ਇਕੱਠਾ ਕਰਨਾ, constitute ਕਰਨਾ. ਜਦੋਂ ਆਪਾਂ constitute ਕਰ ਲੈਣਾ ਨੇ, ਇਕੱਠਾ ਕਰ ਲੈਣੇ, that is constitution. ਔਰ ਇਹਨਾਂ ਨੂੰ ਜਿਹੜੇ ਲੋਕਾਂ ਨੇ ਇਹਨੂੰ ਕੀਤਾ, ਜਿਹੜੇ ਉਹ ਵਾਲੇ ਪਰਸਨਸ, ਉਹ ਵਾਲੇ ਮੈਂਬਰਸ ਜਿਨ੍ਹਾਂ ਨੇ ਇਹਨਾਂ ਡਾਕੂਮੈਂਟਸ ਨੂੰ ਡਰਾਫਟ ਕੀਤਾ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਕੰਸਟੀਟਿਊਟ ਅਸੈਂਬਲੀ, ਠੀਕ ਹੈ. ਔਰ ਉਹ ਮੈਂਬਰਸ ਨੇ ਕੰਸਟੀਟਿਊਸ਼ਨ ਨੂੰ ਬਣਾਉਣ ਵਾਲੇ ਅਸੈਂਬਲੀ ਦੇ, ਠੀਕ ਹੈ. ਜਿਹੜੀ ਕੰਸਟੀਟਿਊਐਂਟ ਅਸੈਂਬਲੀ ਬੇਟਾ ਕਹਿੰਦਾ ਉਹਨੂੰ ਉਹਦੇ ਮੈਂਬਰਸ ਨੂੰ ਇਲੈਕਟ ਕਰਨ ਦੇ ਲਈ, ਚੁਣਨ ਦੇ ਲਈ ਜਿਹੜਾ ਇਲੈਕਸ਼ਨ ਹੋਏ, ਕਦੋਂ ਇਹ ਇਲੈਕਸ਼ਨ ਜੁਲਾਈ 1946 ਦੇ ਵਿੱਚ ਹੁੰਦੇ ਆ, ਠੀਕ ਹੈ. ਔਰ ਇਹ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਹੁੰਦੀ ਹੈ, ਇਹਦੀ ਬੇਟਾ ਫਸਟ ਮੀਟਿੰਗ ਹੁੰਦੀ ਹੈ ਦਸੰਬਰ 1946 ਦੇ ਵਿੱਚ. ਲੇਕਿਨ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ 1947 ਦੇ ਮਿਡ ਦੇ ਵਿੱਚ ਇੱਕ ਡਿਵੀਜ਼ਨ ਹੋ ਜਾਂਦੀ ਹੈ ਇੰਡੀਆ ਦੀ. ਸੋ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਜ਼ਿਆਦਾ ਕੰਮ ਨਹੀਂ ਕਰ ਪਾਉਂਦੀ. ਸੋ ਇਸ ਟਾਈਮ 'ਤੇ ਕੀ ਹੁੰਦਾ ਹੈ ਕਿ ਇਹ ਜ਼ਿਆਦਾ ਕੰਮ ਨਹੀਂ ਕਰ ਪਾਉਂਦੀ. ਔਰ ਜਿਹੜੀ ਇੰਡੀਆ ਔਰ ਪਾਕਿਸਤਾਨ ਦੀ ਡਿਵੀਜ਼ਨ ਦੇ ਨਾਲ ਹੀ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਹੈ, ਉਹ ਵੀ ਦੋਨੋਂ ਦੇਸ਼ਾਂ ਦੀਆਂ ਅਲੱਗ-ਅਲੱਗ ਬਣ ਜਾਂਦੀਆਂ, ਠੀਕ ਹੈ. ਪਹਿਲਾਂ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਬੇਟਾ ਉਹਦੇ ਵਿੱਚ 389 ਮੈਂਬਰ ਸੀਗੇ. ਬਟ ਜਦੋਂ ਦੋ ਕੰਸਟੀਟਿਊਐਂਟ ਅਸੈਂਬਲੀਜ਼ ਬਣ ਜਾਂਦੀਆਂ, ਜਿਹੜੇ ਮੁਸਲਿਮ ਲੀਗ ਦੇ ਮੈਂਬਰ ਸੀਗੇ ਉਹ ਸਾਰੇ ਪਾਕਿਸਤਾਨ ਚਲੇ ਗਏ. ਸੋ ਕੰਸਟੀਟਿਊਐਂਟ ਅਸੈਂਬਲੀ ਜਿਹੜੀ ਇੰਡੀਆ ਦੀ ਰਹਿ ਜਾਂਦੀ ਹੈ, ਉਹਦੇ ਵਿੱਚ ਕਿੰਨੇ ਮੈਂਬਰਸ ਰਹਿ ਜਾਂਦੇ, 299 ਮੈਂਬਰਸ ਰਹਿ ਜਾਂਦੇ, ਠੀਕ ਹੈ. 299 ਮੈਂਬਰਸ ਜਿਹੜੇ ਨੇ ਉਹ ਇੰਡੀਅਨ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ ਰਹਿ ਜਾਂਦੇ ਆ, ਠੀਕ ਹੈ, ਜਿਨ੍ਹਾਂ ਨੇ ਆਪਣਾ ਕੰਸਟੀਟਿਊਸ਼ਨ ਬਣਾਇਆ ਹੈ. ਔਰ ਫਾਈਨਲੀ ਇਹਨਾਂ ਵੱਲੋਂ ਪ੍ਰਪੇਅਰ ਕਦੋਂ ਕੀਤਾ ਜਾਂਦਾ ਹੈ ਕੰਸਟੀਟਿਊਸ਼ਨ ਜਿਹੜਾ ਹੈ, ਉਹਨੂੰ ਅਡੋਪਟ ਕਦੋਂ ਕੀਤਾ ਗਿਆ, ਉਹਨੂੰ ਬਣਾਇਆ ਕਿ ਪੂਰਾ ਕਦੋਂ ਕੀਤਾ ਗਿਆ, 26 ਨਵੰਬਰ 1949 ਨੂੰ. ਬਟ ਇਨਫੋਰਸ ਕਦੋਂ ਕੀਤਾ ਗਿਆ, ਲਾਗੂ ਕਦੋਂ ਕੀਤਾ ਗਿਆ, ਜਨਵਰੀ 26 1950 ਨੂੰ, ਠੀਕ ਹੈ, ਜਿਹਨੂੰ ਆਪਾਂ ਰਿਪਬਲਿਕ ਡੇ ਦੇ ਰੂਪ ਵਿੱਚ ਜਿਹੜਾ ਹੈ ਉਹ ਹਰ ਸਾਲ ਮਨਾਉਂਦੇ ਆ, ਠੀਕ ਹੈ. ਬਟ ਨੈਕਸਟ ਉਹ ਇੱਕ ਕੁਐਸਚਨ ਰੇਜ਼ ਕਰਦੇ ਆ ਕਿ ਕਿਉਂ ਆਪਾਂ ਨੂੰ ਇਸ ਕੰਸਟੀਟਿਊਐਂਟ ਅਸੈਂਬਲੀ ਦੁਆਰਾ ਬਣਾਏ ਗਏ ਜਿਹੜਾ ਕੰਸਟੀਟਿਊਸ਼ਨ ਬਣਾਇਆ, ਜਿਹੜਾ 50 ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ, ਹੁਣ ਤਾਂ 70 ਈਅਰਸ ਦੇ ਨੇੜੇ ਲਗਭਗ ਹੋ ਗਿਆ ਹੈ ਨਾ, 70 ਈਅਰਸ ਹੋ ਗਏ ਆ ਬਣਾਏ ਹੋਏ ਨੂੰ, ਉਹਨੂੰ ਆਪਾਂ ਕਿਉਂ ਮੰਨਦੇ ਆ, ਠੀਕ ਹੈ. ਕਿਉਂਕਿ ਬੇਟਾ ਇਹਦੇ ਵਿੱਚ ਇੱਕ ਰੀਜ਼ਨ ਹੈ. ਕੀ ਰੀਜ਼ਨ ਹੈ ਕਿ ਜਿਹੜੇ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸੀਗੇ, ਉਹਨਾਂ ਨੇ ਸਿਰਫ ਆਪਣੇ ਵਿਊਜ਼ ਨਹੀਂ ਦਿੱਤੇ ਇਹਦੇ ਵਿੱਚ, ਕਿ ਉਹਨਾਂ ਨੇ ਆਪਣੇ ਜੋ ਵਿਚਾਰ ਸੀਗੇ ਉਹਦੇ ਦਿੱਤੇ, ਔਰ ਉਹਦੇ ਅਕੋਰਡਿੰਗ ਜਿਹੜਾ ਹੈ ਉਹ ਬਾਅਦ ਵਿੱਚ ਜਿਹੜਾ ਹੈ ਉਹ ਕੰਸਟੀਟਿਊਸ਼ਨ ਬਣ ਗਿਆ, ਠੀਕ ਹੈ. ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਿਰਫ ਉਹੀ ਵਿਊਜ਼ ਦਿੱਤੇ ਨੇ ਜਿਹੜੇ ਕਿ ਉਹਨਾਂ ਨੇ ਇੱਧਰ ਉੱਧਰ ਵੇਖੇ ਨੇ ਜਾਂ ਉਹਨਾਂ ਨੂੰ ਠੀਕ ਲੱਗਦਾ ਸੀਗਾ, ਔਰ ਉਹਨਾਂ ਨੇ ਸਿਰਫ ਵਿਊਜ਼ ਦਿੱਤੇ ਨੇ. ਉਸ ਤੋਂ ਬਾਅਦ ਜਿਹੜੀ ਉਹਦੇ 'ਤੇ ਡਿਸਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਡਿਸਕਸ਼ਨ ਤੋਂ ਬਾਅਦ ਜਿਹੜਾ ਉਹਦੇ 'ਤੇ ਸਹਿਮਤੀ ਬਣਦੀ ਹੈ, ਔਰ ਫਿਰ ਜਾ ਕੇ ਉਹਦੇ 'ਤੇ ਜਿਹੜੇ ਲਾਜ਼ ਸੀਗੇ ਉਹ ਬਣੇ ਆ, ਆਰਟੀਕਲਸ ਜਿਹੜੇ ਨੇ ਉਹ ਫਿਰ ਤੋਂ ਲਿਖੇ ਗਏ ਆ, ਠੀਕ ਹੈ. ਕਹਿੰਦੇ ਬਹੁਤ ਸਾਰੀ ਕੰਟਰੀਜ਼ ਨੇ ਜਿਨ੍ਹਾਂ ਨੇ ਆਪਣੇ ਕੰਸਟੀਟਿਊਸ਼ਨਸ ਨੂੰ ਦੁਬਾਰਾ ਤੋਂ ਲਿਖਿਆ ਹੈ, ਠੀਕ ਹੈ, ਕਿਉਂਕਿ ਉਹਨਾਂ ਵਿੱਚ ਬਹੁਤ ਸਾਰੇ ਐਵੇਂ ਦੇ ਰੂਲ ਸੀਗੇ ਜਿਹੜੇ ਸਾਰਿਆਂ ਨੂੰ ਮਨਜ਼ੂਰ ਨਹੀਂ ਸੀਗੇ. ਸਾਰੇ ਜਿਹੜੇ ਸੋਸ਼ਲ ਗਰੁੱਪ ਹੈ, ਪੋਲੀਟੀਕਲ ਪਾਰਟੀਜ਼ ਨੇ, ਉਹਨਾਂ ਨੂੰ ਸਾਰੇ ਲੋਕਾਂ ਨੂੰ ਉਹ ਵਾਲੇ ਜਿਹੜਾ ਪਹਿਲਾਂ ਲਿਖਿਆ ਹੋਇਆ ਕੰਸਟੀਟਿਊਸ਼ਨ ਉਹ ਮਨਜ਼ੂਰ ਨਹੀਂ ਸੀਗਾ. ਸੋ ਕਈ ਕੰਟਰੀਜ਼ ਐਵੇਂ ਦੇ ਨੇ ਜਿਨ੍ਹਾਂ ਨੇ ਆਪਣੇ ਕੰਸਟੀਟਿਊਸ਼ਨ ਨੂੰ ਦੁਬਾਰਾ ਤੋਂ ਲਿਖਿਆ ਹੈ, ਠੀਕ ਹੈ. ਔਰ ਕਹਿੰਦੇ ਕਿ ਜਿਹੜਾ ਕਈ ਐਵੇਂ ਦੀਆਂ ਕੰਟਰੀਜ਼ ਵੀ ਆਪਾਂ ਨੂੰ ਐਗਜ਼ਾਮਪਲਸ 'ਚ ਮਿਲਣਗੀਆਂ ਜਿਨ੍ਹਾਂ ਦੇ ਲਈ ਕੰਸਟੀਟਿਊਸ਼ਨ ਜਿਹੜਾ ਹੈ ਇੱਕ ਪੀਸ ਆਫ ਪੇਪਰ ਹੈ, ਠੀਕ ਹੈ, ਜਾਨੀ ਕਿ ਸਿਰਫ ਇੱਕ ਕਾਗਜ਼ ਦਾ ਟੁਕੜਾ ਹੈ. ਉਹ ਕੋਈ ਵੀ ਉਸ ਕੰਸਟੀਟਿਊਸ਼ਨ ਨੂੰ ਐਕਚੁਅਲੀ ਫੋਲੋ ਨਹੀਂ ਕਰਦਾ. ਬਟ ਅਗਰ ਆਪਾਂ ਆਪਣੇ ਕੰਸਟੀਟਿਊਸ਼ਨ ਦੀ ਗੱਲ ਕਰੀਏ, ਇੰਡੀਅਨ ਕੰਸਟੀਟਿਊਸ਼ਨ ਦੀ ਗੱਲ ਕਰੀਏ, ਦੈਨ ਆਪਣਾ ਐਕਸਪੀਰੀਅੰਸ ਕੀ ਹੈ, ਬਿਲਕੁਲ ਡਿਫਰੈਂਟ ਹੈ. 70 ਈਅਰਸ ਤੋਂ ਆਪਣਾ ਇਹੀ ਕੰਸਟੀਟਿਊਸ਼ਨ ਚੱਲਦਾ ਆ ਰਿਹਾ ਹੈ. ਬਟ
ਇੱਕ ਛੋਟੀਆਂ ਮੋਟੀਆਂ ਜਿਹੜੀਆਂ ਕੁਝ ਅਮੈਂਡਮੈਂਟਸ ਜਿਹੜੀਆਂ ਕਿ ਟਾਈਮ ਦੇ ਨਾਲ ਕੁਝ ਮੈਚ ਕਰਨ ਦੇ ਲਈ ਕੀਤੀਆਂ ਗਈਆਂ, ਉਹਨਾਂ ਤੋਂ ਬਿਨਾਂ ਕੋਈ ਵੀ ਸੋਸ਼ਲ ਗਰੁੱਪ ਜਾਂ ਕੋਈ ਵੀ ਪੋਲੀਟੀਕਲ ਗਰੁੱਪ ਐਵੇਂ ਦਾ ਨਹੀਂ ਹੋਇਆ ਹੁਣ ਤੱਕ ਜਿਹਨੇ ਕਿ ਪੂਰੀ ਤਰੀਕੇ ਦੇ ਨਾਲ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ, ਇੰਡੀਅਨ ਕਨਸਟੀਟਿਊਸ਼ਨ ਹੈ, ਉਹਨੂੰ ਮੰਨਣ ਤੋਂ ਇਨਕਾਰ ਕੀਤਾ ਹੋਏ ਜਾਂ ਉਹਦੇ ਤੇ ਕਿਸ ਤਰੀਕੇ ਦਾ ਸਵਾਲ ਜਿਹੜਾ ਹੈ ਉਹਨੂੰ ਰੇਜ਼ ਕੀਤਾ ਹੈ, ਕੁਐਸਚਨ ਰੇਜ਼ ਕੀਤਾ ਹੈ, ਕੋਈ ਸਵਾਲ ਚੁੱਕਿਆ ਹੋਏ ਜਾਂ ਮੰਨਣ ਤੋਂ ਇਹਨੂੰ ਇਨਕਾਰ ਕਰ ਦਿੱਤਾ ਹੋਵੇ। ਠੀਕ ਹੈ, ਇਹ ਆਪਣੇ ਇੰਡੀਆ ਦੀ ਇੱਕ ਬਹੁਤ ਵੱਡੀ ਇੰਡੀਅਨ ਕਨਸਟੀਟਿਊਸ਼ਨ ਦੀ ਅਚੀਵਮੈਂਟ ਹੈ ਕਿ ਕੰਟੀਨਿਊਸਲੀ 70 ਈਅਰਸ ਤੋਂ ਚੱਲਦਾ ਆ ਰਿਹਾ ਹੈ, ਔਰ ਫਿਰ ਵੀ ਅੱਜ ਵੀ ਉਹਦੇ ਜਿਹੜਾ ਹੈ ਉਹਦੀ ਮਾਨਤਾ ਬਿਲਕੁਲ ਉਸੇ ਤਰੀਕੇ ਨਾਲ ਹੈ ਜਿਵੇਂ ਕਿ ਜਦੋਂ ਇਹਨੂੰ ਅਡਾਪਟ ਕੀਤਾ ਗਿਆ ਸੀ ਉਸ ਟਾਈਮ ਤੇ ਸੀ। ਠੀਕ ਹੈ, ਔਰ ਸੈਕੰਡ ਰੀਜ਼ਨ ਕੀ ਹੈ ਇੰਡੀਆ ਦਾ ਕਨਸਟੀਟਿਊਸ਼ਨ ਅਡਾਪਟ ਕਰਨ ਦੇ ਲਈ ਜਿਹੜਾ ਹੈ ਉਹ ਕੀ ਹੈ ਕਿ ਜਿਹੜੇ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸੀਗੇ ਉਹ ਕਿੱਥੋਂ ਦੇ ਸੀਗੇ, ਉਹ ਇੰਡੀਅਨ ਸੀਗੇ। ਉਹਨਾਂ ਨੂੰ ਚੁਣਿਆ ਕਿਹਨਾਂ ਨੇ ਸੀਗਾ, ਉਹ ਵੀ ਇੰਡੀਆ ਦੇ ਕੁਝ ਲੋਕ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਸੀਗਾ ਉਸ ਟਾਈਮ ਤੇ। ਚਾਹੇ ਬੇਟਾ ਯੂਨੀਵਰਸਲ ਅਡਲਟ ਫਰੈਂਚਾਈਜ਼ ਮਤਲਬ ਜਾਨੀ ਕਿ ਸਾਰੇ ਦੇ ਸਾਰੇ ਲੋਕਾਂ ਕੋਲ ਰਾਈਟ ਟੂ ਵੋਟ ਨਹੀਂ ਸੀਗਾ ਭਾਵੇਂ, ਠੀਕ ਹੈ, ਲੇਕਿਨ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰਸ ਆ ਉਹ ਕਿਵੇਂ ਚੁਣੇ ਗਏ ਉਸ ਟਾਈਮ ਤੇ 1937 ਤੋਂ ਬਾਅਦ ਵਿੱਚ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਹੈ, ਠੀਕ ਹੈ, ਔਰ ਉਹਦੇ ਤੋਂ ਬਾਅਦ ਬੇਟਾ ਜਿਹੜੇ ਇਲੈਕਸ਼ਨਸ ਹੁੰਦੇ ਨੇ ਉਹਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਮੈਂਬਰ ਚੁਣੇ ਜਾਂਦੇ ਨੇ, ਜਿਹੜੇ ਲੈਜਿਸਲੇਟਿਵ ਅਸੈਂਬਲੀਜ਼ ਵਿੱਚ ਮੈਂਬਰ ਚੁਣੇ ਜਾਂਦੇ ਨੇ, ਉਹਨਾਂ ਨੇ ਅੱਗੇ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰਸ ਨੂੰ ਚੁਣਿਆ ਸੀਗਾ, ਯਾਨੀ ਕਿ ਜਿਹੜੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਨੇ ਹੀ ਜਿਹੜਾ ਸੀਗਾ ਉਹ ਸੰਵਿਧਾਨਕ ਸਭਾ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਇਲੈਕਟ ਕੀਤਾ ਸੀਗਾ, ਚੁਣਿਆ ਸੀਗਾ। ਠੀਕ ਹੈ, ਸੋ ਇਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਅਗਰ ਹੁਣ ਡਿਫਰੈਂਟ ਜਿਹੜੇ ਉਸ ਟਾਈਮ ਤੇ ਜਿੱਥੇ ਬ੍ਰਿਟੇਨ ਵਾਲੇ ਲੋਕਾਂ ਦਾ ਰੂਲ ਸੀਗਾ, ਇੰਗਲਿਸ਼ ਰੂਲ ਸੀਗਾ, ਉਹ ਡਿਫਰੈਂਟ ਸਟੇਟਸ ਸੀਗੀਆਂ ਉਹਨਾਂ ਨੇ ਬਣਾਈਆਂ ਹੋਈਆਂ। 11 ਸਟੇਟਸ ਸੀਗੀਆਂ ਅੰਗਰੇਜ਼ਾਂ ਜਦੋਂ ਬ੍ਰਿਟਿਸ਼ ਰੂਲ ਸੀਗਾ, ਬ੍ਰਿਟਿਸ਼ ਇੰਡੀਆ ਦੇ ਵਿੱਚ 11 ਸਟੇਟ ਸੀਗੇ। ਸੋ ਉਹਨਾਂ ਸਾਰੀਆਂ 11 ਸਟੇਟਸ ਤੋਂ ਜਿਹੜੇ ਸੀਗੇ ਜਿਹੜੇ ਲੈਜਿਸਲੇਟਿਵ ਅਸੈਂਬਲੀਜ਼ ਦੇ ਮੈਂਬਰ ਸੀਗੇ ਉਹਨਾਂ ਨੇ ਆਪਣੇ ਸਟੇਟ ਤੋਂ ਜਿਹੜੇ ਸੀਗੇ ਉਹ ਕੰਸਟੀਟਿਊਐਂਟ ਅਸੈਂਬਲੀ ਦੇ ਮੈਂਬਰਸ ਨੂੰ ਇਲੈਕਟ ਕਰਕੇ ਭੇਜਿਆ। ਇਟ ਮੀਨਸ ਕਿ ਜਿਹੜੇ ਸਾਰੇ ਮੈਂਬਰ ਸੀਗੇ ਉਹ ਕਿਸੇ ਇੱਕ ਹੀ ਏਰੀਆ ਤੋਂ ਨਹੀਂ ਸੀ ਆ ਰਹੇ, ਉਹ ਸਾਰੇ ਦੇਸ਼ ਚੋਂ ਆ ਰਹੇ ਸੀਗੇ, ਉਹ ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ। ਸੈਕੰਡ ਥਿੰਗ ਕੀ ਸੀਗਾ ਕਿ ਭਾਵੇਂ ਲੋਕਾਂ ਨੇ ਉਹਨਾਂ ਨੂੰ ਡਾਇਰੈਕਟਲੀ ਨਹੀਂ ਹੀ ਚੁਣਿਆ ਕਿਉਂਕਿ ਸਭ ਕੋਲ ਰਾਈਟ ਟੂ ਵੋਟ ਨਹੀਂ ਸੀਗਾ, ਠੀਕ ਹੈ, ਲੇਕਿਨ ਉਹਨਾਂ ਨੂੰ ਕਿੰਨਾਂ ਨੇ ਚੁਣਿਆ ਸੀਗਾ, ਜਿਹੜੇ ਆਲਰੇਡੀ ਲੋਕਾਂ ਦੇ ਰਿਪਰੈਜ਼ੈਂਟੇਟਿਵ ਸੀਗੇ, ਜਿਹੜੇ ਪਹਿਲਾਂ ਹੀ ਸਰਕਾਰ ਦੇ ਵਿੱਚ ਬੈਠੇ ਹੋਏ ਲੋਕ ਸੀਗੇ, ਜਿਹੜੇ ਕਿ ਇੰਡੀਅਨ ਸੀਗੇ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜਾ ਸੀਗਾ ਉਹ ਜਿਹੜੇ ਕੰਸਟੀਟਿਊਐਂਟ ਅਸੈਂਬਲੀ ਦੇ ਲੋਕ ਸੀਗੇ ਉਹ ਵੀ ਕੌਣ ਸੀਗੇ, ਇੰਡੀਅਨ ਸੀਗੇ, ਸਾਡੇ ਵਿੱਚੋਂ ਹੀ ਸੀਗੇ, ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਉਹਨਾਂ ਨੂੰ ਵੀ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਸੀਗੇ ਉਸ ਟਾਈਮ ਤੇ ਉਹਨਾਂ ਨੇ ਚੁਣਿਆ ਸੀਗਾ। ਸੋ ਇਸ ਲਈ ਸਾਨੂੰ ਇਹ ਜਿਹੜਾ ਕੰਸਟੀਟਿਊਸ਼ਨ ਹੈ ਇਹਨੂੰ ਫੋਲੋ ਜ਼ਰੂਰ ਕਰਨਾ ਚਾਹੀਦਾ ਹੈ, ਫੋਲੋ ਕਰਨਾ ਸਾਨੂੰ ਬਣਦਾ ਹੈ। ਠੀਕ ਹੈ, ਇਹਦੇ ਨਾਲ ਹੀ ਕਹਿੰਦੇ ਕਿ ਜਿਹੜੀ ਇੰਡੀਅਨ ਕੰਸਟੀਟਿਊਐਂਟ ਅਸੈਂਬਲੀ ਸੀਗੀ, ਸੰਵਿਧਾਨਕ ਸਭਾ ਹੈਗੀ, ਉਹਦੇ ਵਿੱਚ ਜ਼ਿਆਦਾ ਡੋਮੀਨੇਸ਼ਨ ਕਿਹਦਾ ਹੈਗਾ, ਇੰਡੀਅਨ ਨੈਸ਼ਨਲ ਕਾਂਗਰਸ ਦਾ, ਕਿਉਂਕਿ ਸਭ ਤੋਂ ਜ਼ਿਆਦਾ ਮੈਂਬਰਸ ਜਿਹੜੇ ਹੈਗੇ ਉਹ ਕਿਹਦੇ ਹੈਗੇ, ਇੰਡੀਅਨ ਨੈਸ਼ਨਲ ਕਾਂਗਰਸ ਦੇ ਹੈਗੇ। ਲੇਕਿਨ ਬੇਟਾ ਇੱਕ ਬੜੀ ਵਧੀਆ ਚੀਜ਼ ਸੀਗੀ ਉਸ ਟਾਈਮ ਤੇ ਜਿਹੜੀ ਅੱਜ ਜਿਹੜੀ ਆ ਮਿਸ ਕੀਤੀ ਜਾ ਰਹੀ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਵੀ ਸਿਰਫ ਇੱਕ ਹੀ ਤਰ੍ਹਾਂ ਦੇ ਲੋਕ ਨਹੀਂ ਸੀਗੇ, ਉਹਦੇ ਵਿੱਚ ਵੀ ਡਿਫਰੈਂਟ ਗਰੁੱਪ ਸੀਗੇ, ਡਿਫਰੈਂਟ ਜਿਹੜੇ ਲੋਕ ਸੀਗੇ, ਪੋਲੀਟੀਸ਼ੀਅਨ ਸੀਗੇ ਜਿਹੜੇ ਕਿ ਕਾਂਗਰਸ ਦੇ ਮੈਂਬਰ ਸੀਗੇ, ਉਹਨਾਂ ਦੇ ਡਿਫਰੈਂਟ ਥਾਟਸ ਸੀਗੇ, ਉਹ ਆਪਣੀ ਮਰਜ਼ੀ ਨਾਲ ਆਪਣੇ ਓਪੀਨੀਅਨਸ ਨੂੰ ਰੱਖਦੇ ਸੀਗੇ, ਉਹਨਾਂ ਦੇ ਅਕੋਰਡਿੰਗ ਕੰਮ ਕਰਦੇ ਸੀਗੇ। ਠੀਕ ਹੈ, ਸੋ ਇਵੇਂ ਹੀਗਾ। ਔਰ ਬਹੁਤ ਸਾਰੇ ਤਰ੍ਹਾਂ ਦੇ ਨੈਸ਼ਨਲ ਕਾਂਗਰਸ ਦੇ ਵਿੱਚ ਕਈ ਤਰ੍ਹਾਂ ਦੇ ਪੋਲੀਟੀਕਲ ਗਰੁੱਪ ਸੀਗੇ, ਆਈਡੀਓਲੋਜੀਕਲ ਗਰੁੱਪ ਸੀਗੇ, ਉਹਨਾਂ ਦੇ ਡਿਫਰੈਂਟ ਓਪੀਨੀਅਨ ਸੀਗੇ। ਸੋ ਇਹ ਜ਼ਰੂਰੀ ਨਹੀਂ ਕਿ ਅਗਰ ਉਹ ਉਹਦੇ ਵਿੱਚ ਕਾਂਗਰਸ ਦੇ ਜ਼ਿਆਦਾ ਮੈਂਬਰ ਸੀਗੇ ਦੈਨ ਉਹ ਇੱਕ ਹੀ ਤਰੀਕੇ ਨਾਲ ਸੋਚਦੇ ਸੀਗੇ ਜਾਂ ਇੱਕ ਹੀ ਆਈਡੀਓਲੋਜੀ ਨੂੰ ਫੋਲੋ ਕਰਦੇ ਸੀਗੇ। ਠੀਕ ਹੈ, ਇਹਦੇ ਨਾਲ ਹੀ ਬੇਟਾ ਜਿਹੜੀ ਆਪਣੀ ਅਸੈਂਬਲੀ ਸੀਗੀ, ਕੰਸਟੀਟਿਊਐਂਟ ਅਸੈਂਬਲੀ ਸੀਗੀ, ਉਹਦੇ ਵਿੱਚ ਡਿਫਰੈਂਟ ਲੈਂਗੁਏਜਸ ਤੋਂ ਡਿਫਰੈਂਟ ਗਰੁੱਪਸ, ਕਾਸਟਸ, ਕਲਾਸਸ, ਰੀਜਨਸ, ਰਿਲੀਜਨਸ, ਆਕੂਪੇਸ਼ਨਸ, ਡਿਫਰੈਂਟ ਮਤਲਬ ਏਰੀਆਜ਼ ਤੋਂ ਲੋਕ ਜਿਹੜੇ ਸੀਗੇ ਉਹ ਆਣ ਕੇ ਇਹਦੇ ਮੈਂਬਰ ਬਣੇ ਸੀਗੇ। ਠੀਕ ਹੈ, ਔਰ ਇਸ ਲਈ ਭਾਵੇਂ ਕਿ ਇਹਨਾਂ ਨੂੰ ਲੋਕਾਂ ਦੁਆਰਾ ਡਾਇਰੈਕਟਲੀ ਰਾਈਟ ਟੂ ਵੋਟ ਦੇ ਥਰੂ ਨਹੀਂ ਚੁਣਿਆ ਗਿਆ, ਬਟ ਇਹ ਫਿਰ ਵੀ ਇਹ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਸੀਗੇ, ਆਮ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਉਹ ਕਰਦੀ ਸੀਗੀ। ਠੀਕ ਹੈ, ਫਾਈਨਲੀ ਉਹ ਕੀ ਕਹਿੰਦੇ ਕਿ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਸੀਗੀ ਉਹਨੇ ਆਪਣਾ ਕੰਸਟੀਟਿਊਸ਼ਨ ਬਣਾਇਆ, ਔਰ ਕੰਸਟੀਟਿਊਸ਼ਨ ਬਣਾਉਣ ਦਾ ਕੰਮ ਜਿਹੜਾ ਉਹਨਾਂ ਨੇ ਬੜਾ ਹੀ ਸਿਸਟੇਮੈਟਿਕ ਵੇ ਨਾਲ ਕੀਤਾ, ਓਪਨ ਵੇ ਨਾਲ ਕੀਤਾ, ਔਰ ਜਿਹੜਾ ਹੈਗਾ ਕੰਸੈਂਸ਼ੂਅਲ ਮੈਨਰਸ ਦੇ ਨਾਲ ਕੀਤਾ, ਮਤਲਬ ਬੜਾ ਕੌਨਸ਼ੀਅਸ ਹੋ ਕੇ ਉਹਨਾਂ ਨੇ ਬੜੇ ਸਹਿਮਤੀ ਭਰੇ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਕੰਮ ਨੂੰ ਕੀਤਾ। ਇਹ ਨਹੀਂ ਕਿ ਕਿਸੇ ਦੇ ਨਾਲ ਕੁਝ ਗਲਤ ਕੀਤਾ ਗਿਆ ਜਾਂ ਕਿਸੇ ਦਾ ਧੱਕਾ ਕੀਤਾ ਗਿਆ ਜਾਂ ਕਿਸੇ ਦੀ ਗੱਲ ਨਹੀਂ ਸੁਣੀ ਗਈ। ਠੀਕ ਹੈ, ਇਹਦੇ ਲਈ ਬੇਟਾ ਜਿੰਨੇ ਵੀ ਆਪਣੇ ਬੇਸਿਕ ਪ੍ਰਿੰਸੀਪਲ ਸੀਗੇ ਉਹਨਾਂ ਸਾਰਿਆਂ ਨੂੰ ਫੋਲੋ ਕੀਤਾ ਗਿਆ ਕਿ ਇਕੁਐਲਿਟੀ ਹੋਣੀ ਚਾਹੀਦੀ ਹੈ, ਫਰੀडम ਹੋਣੀ ਚਾਹੀਦੀ ਹੈ। ਠੀਕ ਹੈ, ਸਾਰੇ ਪ੍ਰਿੰਸੀਪਲਸ ਨੂੰ ਫੋਲੋ ਕੀਤਾ ਗਿਆ, ਔਰ ਸਾਰਿਆਂ ਦੀ ਸਹਿਮਤੀ ਤੋਂ ਬਾਅਦ ਵਿੱਚ ਜਿਹੜਾ ਹੈਗਾ ਉਹ ਇੱਕ ਜਿਹੜੀ ਡਰਾਫਟਿੰਗ ਕਮੇਟੀ ਹੈਗੀ ਜਿਹਨੇ ਕਿ ਸੰਵਿਧਾਨ ਸਾਰਾ ਲਿਖਣਾ ਹੈਗਾ,
ਉਹ ਹੀਗੇ ਉਹਦੇ ਹੈੱਡ ਸੀਗੇ ਮਿਸਟਰ BR ਅੰਬੇਦਕਰ, ਠੀਕ ਹੈ। ਔਰ ਉਹ ਡਰਾਫਟਿੰਗ ਕਮੇਟੀ ਦੇ ਹੈੱਡ ਸੀਗੇ ਔਰ ਉਹਨਾਂ ਨੇ ਇਹ ਕਨਸਟੀਟਿਊਸ਼ਨ ਕਾਫੀ ਡਿਸਕਸ਼ਨਸ ਤੋਂ ਬਾਅਦ ਵਿੱਚ ਇਹਨੂੰ ਅਪਰੂਵ ਕੀਤਾ, ਬਾਅਦ ਵਿੱਚ ਇਹਨੂੰ ਫਾਈਨਲਾਈਜ਼ ਕੀਤਾ ਗਿਆ। ਇਹਦੇ ਲਈ ਕਈ ਰਾਊਂਡ ਦੀਆਂ ਡਿਸਕਸ਼ਨਸ ਕੀਤੀਆਂ ਗਈਆਂ। ਹਰ ਇੱਕ ਜਿਹੜਾ ਆਰਟੀਕਲ ਕਨਸਟੀਟਿਊਸ਼ਨ 'ਚ ਲਿਖਿਆ ਗਿਆ, ਹਰ ਇੱਕ ਵਰਡ ਜਿਹੜਾ ਕਨਸਟੀਟਿਊਸ਼ਨ 'ਚ ਲਿਖਿਆ ਗਿਆ, ਇੱਕ ਇੱਕ ਕਰਕੇ ਹਰ ਇੱਕ ਆਰਟੀਕਲ ਨੂੰ, ਹਰ ਇੱਕ ਕਲੌਜ਼ ਨੂੰ ਜਿਹੜਾ ਹੈ ਉਹ ਡਿਸਕਸ ਕੀਤਾ ਗਿਆ ਅਸੈਂਬਲੀ ਦੇ ਵਿੱਚ। ਔਰ ਕਿਹਾ ਜਾਂਦਾ ਬੇਟਾ ਕਿ ਮਿਨੀਮਮ ਜਿਹੜਾ ਹੈ ਉਹ 2000 ਅਮੈਂਡਮੈਂਟਸ ਯਾਨੀ ਕਿ 2000 ਦੇ ਕਰੀਬ ਜਿਹੜੇ ਰਿਫਾਰਮ ਸੀਗੇ, ਸੋਧਾਂ ਹੈਗੀਆਂ, ਉਹ ਡਿਸਕਸ਼ਨਸ ਦੇ ਟਾਈਮ ਹੀ ਇੰਡੀਅਨ ਕਨਸਟੀਟਿਊਸ਼ਨ 'ਚ ਕੀਤੀਆਂ ਗਈਆਂ ਹੈਗੀਆਂ, ਠੀਕ ਹੈ। ਹੌਲੀ ਹੌਲੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਆਲਮੋਸਟ 2000 ਜਿਹੜੀਆਂ ਅਮੈਂਡਮੈਂਟਸ ਸੀਗੀਆਂ ਉਸ ਟਾਈਮ ਹੀ ਕਰ ਦਿੱਤੀਆਂ ਗਈਆਂ ਹੈਗੀਆਂ। ਜਿਵੇਂ ਜਿਵੇਂ ਜਦੋਂ ਡਿਸਕਸ਼ਨ ਕੀਤੀ ਜਾਂਦੀ ਸੀਗੀ, ਜਿਹੜੀ ਚੀਜ਼ ਉਹਨਾਂ ਨੂੰ ਲੱਗਦੀ ਸੀਗੀ ਕਿ ਮਤਲਬ ਇਹ ਸਾਡੇ ਪ੍ਰਿੰਸੀਪਲਸ ਦੇ ਅਕੋਰਡਿੰਗ ਨਹੀਂ ਹੈ ਜਾਂ ਕੁਝ ਔਡ ਹੈ ਜਾਂ ਗਲਤ ਹੈ ਜਾਂ ਸੂਟ ਨਹੀਂ ਕਰੇਗੀ ਜਾਂ ਆਉਣ ਵਾਲੇ ਟਾਈਮ ਵਿੱਚ ਕੋਈ ਹਿੰਡਰੈਂਸ ਕ੍ਰੀਏਟ ਕਰੇਗੀ, ਸੋ ਉਹਨੂੰ ਉਸੇ ਟਾਈਮ ਤੇ ਨਾਲ ਦੀ ਨਾਲ ਰਿਮੂਵ ਕਰ ਦਿੱਤਾ ਗਿਆ, ਠੀਕ ਹੈ। ਇਹਦੇ ਲਈ ਕਹਿੰਦੇ ਕਿ 144 ਜਿਹੜਾ ਮੀਟਿੰਗ ਸੀਗੀਆਂ ਉਹ ਹੋਈਆਂ, 144 ਡੇਜ਼ ਜਿਹੜੇ ਹੈਗੇ ਉਹ ਲੱਗੇ ਡਿਸਕਸ਼ਨ ਦੇ ਲਈ। ਆਪਣਾ ਜਿਹੜਾ ਬੇਟਾ ਕਨਸਟੀਟਿਊਸ਼ਨ ਹੈ ਉਹ ਆਲਮੋਸਟ 3 ਇਅਰਸ ਦੇ ਵਿੱਚ ਯਾਨੀ ਕਿ ਆਲਮੋਸਟ 3 ਸਾਲ ਦੇ ਵਿੱਚ ਬਣ ਕੇ ਤਿਆਰ ਹੋਇਆ ਹੈ। 2 years 11 months and 18 days, ਠੀਕ ਹੈ। 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਜਿਹੜਾ ਆਪਣਾ ਪੂਰਾ ਕਨਸਟੀਟਿਊਸ਼ਨ ਆਲਮੋਸਟ 3 ਸਾਲ ਦੇ ਵਿੱਚ ਬਣ ਕੇ ਤਿਆਰ ਹੋਇਆ ਹੈ। ਔਰ ਇਹਨਾਂ 3 ਸਾਲਾਂ ਦੇ ਵਿੱਚ ਜਿਹੜਾ ਹੈਗਾ 114 ਮੀਟਿੰਗਸ ਜਿਹੜੀਆਂ ਸੀਗੀਆਂ ਉਹ ਹੋਈਆਂ। 114 ਮੀਟਿੰਗਸ ਦੇ ਵਿੱਚ ਜਿਹੜਾ ਇਹ ਡਿਸਕਸ਼ਨਸ ਕੀਤੀਆਂ ਗਈਆਂ, ਹਰ ਇੱਕ ਵਰਡ ਲਿਖਿਆ ਗਿਆ, ਹਰ ਇੱਕ ਕਲੌਜ਼ ਨੂੰ ਡਿਸਕਸ ਕੀਤਾ ਗਿਆ। ਔਰ ਬੇਟਾ ਇਹ ਜਿੰਨੀ ਵੀ ਡਿਸਕਸ਼ਨਸ ਹੋਈਆਂ ਉਹਨਾਂ ਦਾ ਹਰ ਇੱਕ ਵਰਡ ਜਿਹੜਾ ਹੈ ਉਹ ਰਿਕਾਰਡ ਕੀਤਾ ਗਿਆ ਹੈ ਕਿ ਇਹ ਡਿਸਕਸ਼ਨਸ ਦੇ ਥਰੂ ਕਿੰਨੇ ਕੀ ਕਿਹਾ, ਕਿੰਨੇ ਕੀ ਬੋਲਿਆ, ਕਿਹਦੇ ਕੀ ਪੱਖ ਸੀਗਾ, ਹਰ ਇੱਕ ਚੀਜ਼ ਨੂੰ ਰਿਕਾਰਡ ਕੀਤਾ ਗਿਆ ਔਰ ਉਹਨੂੰ ਪ੍ਰੀਜ਼ਰਵ ਕਰਕੇ ਰੱਖਿਆ ਗਿਆ ਸੰਭਾਲ ਕੇ, ਠੀਕ ਹੈ। ਔਰ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਇਹ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਕੰਸਟੀਟਿਊਐਂਟ ਅਸੈਂਬਲੀ ਡਿਬੇਟਸ ਨਾਂ ਤੇ ਜਿਹੜੀਆਂ ਇਹ ਸਾਰੀਆਂ ਡਿਸਕਸ਼ਨ ਸੀਗੀਆਂ ਉਹਨਾਂ ਨੂੰ ਪ੍ਰਿੰਟ ਕੀਤਾ ਗਿਆ ਤਾਂ ਕਿ ਆਮ ਲੋਕ ਵੀ ਪੜ੍ਹ ਸਕਣ ਕਿ ਉਹਨਾਂ ਦਾ ਕੰਸਟੀਟਿਊਸ਼ਨ ਕਿਵੇਂ ਬਣਿਆ ਹੈ, ਠੀਕ ਹੈ, ਕਿਹੜੀਆਂ ਡਿਸਕਸ਼ਨਸ ਹੋਈਆਂ ਨੇ। ਸੋ ਜਦੋਂ ਇਹਨਾਂ ਕੰਸਟੀਟਿਊਐਂਟ ਅਸੈਂਬਲੀ ਡਿਬੇਟਸ ਨੂੰ ਇਕੱਠਾ ਕਰਕੇ ਪ੍ਰਿੰਟ ਕੀਤਾ ਗਿਆ, ਦੈਨ ਕਹਿੰਦੇ ਕਿ 12 ਵੋਲਿਊਮਸ ਵਾਲੀਆਂ, ਮਤਲਬ 12 ਮੋਟੀਆਂ ਆਪਾਂ ਕਹਿ ਸਕਦੇ ਹਾਂ ਕਿ ਬਲਕੀ ਵੋਲਿਊਮਸ, ਮਤਲਬ ਬਹੁਤ ਭਾਰੀ ਜਿਹੜੇ ਆ ਕਿਤਾਬਾਂ ਨੇ, 12 ਕਿਤਾਬਾਂ ਛਪੀਆਂ ਨੇ ਇਹਦੇ ਬਾਰੇ, ਜਿੰਦੇ ਵਿੱਚ ਕਿ ਟੋਟਲੀ ਇਹ ਦਿੱਤਾ ਗਿਆ ਕਿ ਕਿੰਨੀਆਂ ਡਿਸਕਸ਼ਨਸ ਹੋਈਆਂ, ਕਿਵੇਂ ਹੋਈਆਂ, ਕੀ ਡਿਸਕਸ ਕਰ ਦਿੱਤਾ ਗਿਆ। ਹਰ ਇੱਕ ਵਰਡ ਦਾ ਜਿਹੜਾ ਬਿਊਰਾ ਹੈ ਤੁਹਾਨੂੰ ਇਹਨਾਂ ਡਿਸਕਸ਼ਨਸ ਦੇ ਥਰੂ ਮਿਲ ਜਾਏਗਾ, ਠੀਕ ਹੈ। ਔਰ ਇਹਨਾਂ ਨੂੰ ਅੱਜ ਯੂਜ਼ ਕੀਤਾ ਜਾਂਦਾ ਹੈ ਅਗਰ ਕਿਤੇ ਕੋਈ ਕਨਫਿਊਜ਼ਨ ਹੁੰਦੀ ਹੈ ਕਨਸਟੀਟਿਊਸ਼ਨ ਦੇ ਵਿੱਚ ਕਿ ਇਹ ਆਰਟੀਕਲ ਤੇ ਕਿਤੇ ਕਨਫਿਊਜ਼ਨ ਹੋ ਜਾਂਦੀ ਹੈ ਕਿ ਕੀ ਇਹਦਾ ਰੀਅਲ ਮੀਨਿੰਗ ਹੈ, ਦੈਨ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਅੱਛੇ ਤਰੀਕੇ ਨਾਲ ਇੰਟਰਪ੍ਰੈਟ ਕੀਤਾ ਜਾਏ। ਇੰਟਰਪ੍ਰੈਟ ਮਤਲਬ ਐਕਸਪਲੇਨ ਕੀਤਾ ਜਾ ਸਕੇ ਇੰਡੀਅਨ ਕਨਸਟੀਟਿਊਸ਼ਨ, ਠੀਕ ਹੈ। ਓਕੇ, ਥੈਂਕ ਯੂ।